हेलो सत श्री अकाल स्टूडेंट्स। मैं राकेश कुमार डल्ला, इंस्ट्रक्टर गवर्नमेंट आईटीआई मोहाली। ਇੰਪਲੋਏਬਿਲਟੀ ਸਕਿੱਲਸ ਦਾ ਚੈਪਟਰ ਅਸੀਂ ਡਿਸਕਸ ਕਰਦੇ ਪਏ ਸੀਗੇ, ਮੇਨਟੇਨਿੰਗ ਐਫੀਸ਼ੀਐਂਸੀ ਐਟ ਵਰਕਪਲੇਸ। ਉਹਦੇ ਵਿੱਚ ਅਸੀਂ ਟੌਪਿਕ ਡਿਸਕਸ ਕਰਦੇ ਪਏ ਸੀ ਫੈਕਟਰਸ ਅਫੈਕਟਿੰਗ ਪ੍ਰੋਡਕਟਿਵਿਟੀ। ਉਹਨੂੰ ਹੀ ਅੱਜ ਅਸੀਂ ਉਸੇ ਟੌਪਿਕ ਨੂੰ ਕੰਟੀਨਿਊ ਕਰਨਾ ਆ। ਉਸ ਤੋਂ ਪਹਿਲਾਂ ਅੱਗੇ ਚੱਲਣ ਤੋਂ ਪਹਿਲਾਂ ਅਸੀਂ ਦੇਖ ਲਈਏ, ਰੀਕਾਲ ਕਰ ਲਈਏ ਥੋੜਾ ਜਿਹਾ ਕਿ ਅਸੀਂ ਫੈਕਟਰਸ ਅਫੈਕਟਿੰਗ ਪ੍ਰੋਡਕਟਿਵਿਟੀ ਕਿਹੜੇ-ਕਿਹੜੇ ਡਿਸਕਸ ਕਰ ਲਏ ਸੀ। ਹੁਣ ਅਸੀਂ ਦੇਖੀਏ ਪ੍ਰੋਡਕਟਿਵਿਟੀ ਨੂੰ ਕਿਹੜੇ-ਕਿਹੜੇ ਫੈਕਟਰਸ ਅਫੈਕਟ ਕਰਦੇ ਨੇ ਜਿਹਦੇ ਨਾਲ ਪ੍ਰੋਡਕਟਿਵਿਟੀ ਇਨਕਰੀਜ਼ ਹੁੰਦੀ ਆ। ਪਿਛਲੀ ਕਲਾਸ 'ਚ ਅਸੀਂ ਦੇਖ ਲਿਆ ਸੀਗਾ ਸਕਿੱਲਸ ਹੈਗੀ ਆ, ਵਰਕਿੰਗ ਏਡਸ ਹੈਗੀਆਂ, ਇਨਵਾਇਰਨਮੈਂਟ ਹੈਗਾ। ਜੇ ਸਕਿੱਲ ਵਧੂਗੀ ਤਾਂ ਪ੍ਰੋਡਕਟਿਵਿਟੀ ਵਧੂਗੀ। ਵਰਕਿੰਗ ਏਡਸ ਅਸੀਂ ਵਰਕਰ ਨੂੰ ਵਧੀਆ ਪ੍ਰੋਵਾਈਡ ਕਰਾਂਗੇ ਤਾਂ ਉਹਦੇ ਨਾਲ ਪ੍ਰੋਡਕਟਿਵਿਟੀ ਇਨਕਰੀਜ਼ ਹੋਏਗੀ। ਜੇ ਵਧੀਆ ਇਨਵਾਇਰਨਮੈਂਟ ਕੰਮ ਕਰਨ ਨੂੰ ਮਿਲੇਗਾ ਵਰਕਰ ਨੂੰ ਇੰਡਸਟਰੀ ਦੇ ਵਿੱਚ, ਉਹਦੇ ਨਾਲ ਵੀ ਪ੍ਰੋਡਕਟਿਵਿਟੀ ਇਨਕਰੀਜ਼ ਹੋਏਗੀ। ਇਹ ਤਿੰਨ ਅਸੀਂ ਡਿਸਕਸ ਕਰ ਲਏ ਸੀਗੇ। ਨੈਕਸਟ ਹੈਗੇ ਆਟੋਮੇਸ਼ਨ ਐਂਡ ਮੋਟੀਵੇਸ਼ਨ। ਇਹ ਅਸੀਂ ਅੱਜ ਡਿਟੇਲ ਦੇ ਵਿੱਚ ਡਿਸਕਸ ਕਰਨੇ ਨੇ। ਸੋ 5 ਫੈਕਟਰਸ ਨੇ ਜਿਹੜੇ ਪ੍ਰੋਡਕਟਿਵਿਟੀ ਨੂੰ ਅਫੈਕਟ ਕਰਦੇ ਨੇ, ਦੈਟ ਇਜ਼ ਸਕਿੱਲ, ਵਰਕਿੰਗ ਏਡਸ, ਇਨਵਾਇਰਨਮੈਂਟ, ਆਟੋਮੇਸ਼ਨ ਐਂਡ ਮੋਟੀਵੇਸ਼ਨ। ਇਹਦੇ ਵਿੱਚ ਤਿੰਨ ਅਸੀਂ ਡਿਸਕਸ ਕਰ ਲਏ ਸੀ। ਚੌਥਾ ਫੈਕਟਰ ਅਸੀਂ ਅੱਜ ਡਿਸਕਸ ਕਰਨਾ ਆਟੋਮੇਸ਼ਨ। ਸੋ ਆਟੋਮੇਸ਼ਨ ਜਿਹੜਾ ਵਰਡ ਹੈਗਾ ਆ, ਉਹ ਅਸੀਂ ਕਾਫੀ ਵਾਰ ਡੇਲੀ ਲਾਈਫ ਦੇ ਵਿੱਚ, ਰੂਟੀਨ ਦੇ ਵਿੱਚ ਅਸੀਂ ਸੁਣਦੇ ਹਾਂ। ਤੁਸੀਂ ਲੋਕਾਂ ਨੇ ਜਦੋਂ ਜਾ ਕੇ ਇੰਡਸਟਰੀ ਜੁਆਇਨ ਕਰ ਲੈਣੀ, ਉੱਥੇ ਵੀ ਆਟੋਮੇਸ਼ਨ ਜਿਹੜਾ ਵਰਡ ਕਾਫੀ ਵਾਰ ਸੁਣਨ ਚ ਆਏਗਾ ਔਰ ਸਾਡੀ ਵਰਤੋਂ ਦੇ ਵਿੱਚ ਆਟੋਮੇਸ਼ਨ ਕਾਫੀ ਵਾਰ ਆਂਦਾ ਵੀ ਆ। ਸਭ ਤੋਂ ਪਹਿਲਾਂ ਆਪਾਂ ਅੰਡਰਸਟੈਂਡ ਕਰ ਲਈਏ ਆਟੋਮੇਸ਼ਨ ਹੈ ਕੀ ਹੈ। ਪਹਿਲਾਂ ਡੈਫੀਨੇਸ਼ਨ ਡਿਸਕਸ ਕਰਦੇ ਹਾਂ। ਇਟ ਇਜ਼ ਡਿਫਾਈਨਡ ਐਜ਼ ਦੀ ਰਿਪਲੇਸਮੈਂਟ ਆਫ ਮਸਕੂਲਰ ਐਂਡ ਮੈਂਟਲ ਐਫਰਟਸ ਆਫ ਹਿਊਮਨ ਬੀਇੰਗ by the use of mechanical, electrical, electronic, pneumatic and hydraulic components। ਬੇਟਾ ਇਹ ਤੁਹਾਡੇ ਸਟੂਡੈਂਟਸ, ਤੁਹਾਡੇ ਨਾ ਇਹ ਬੁੱਕ ਦੇ ਵਿੱਚ ਡੈਫੀਨੇਸ਼ਨ ਨਹੀਂ ਹੈਗੀ। ਇਹ ਡੈਫੀਨੇਸ਼ਨ ਸਾਰਿਆਂ ਨੇ ਨੋਟ ਕਰ ਲੈਣੀ ਆ। ਸੋ ਇਹ ਮੈਂ ਤੁਹਾਡੇ ਲਈ ਡੈਫੀਨੇਸ਼ਨ ਤਿਆਰ ਕੀਤੀ ਆ। ਸੋ ਜਦੋਂ ਵੀ ਅਸੀਂ ਆਪਣੇ ਮੈਂਟਲ ਤੇ ਮਸਕੂਲਰ ਐਫਰਟਸ ਨੂੰ ਵੇਰੀਅਸ ਕੰਪੋਨੈਂਟਸ ਦੇ ਨਾਲ ਰਿਪਲੇਸ ਕਰਕੇ ਆਪਣੇ ਕੰਮ ਨੂੰ ਸੌਖਾ ਬਣਾ ਦਿੰਦੇ ਆ, ਉਹਨੂੰ ਆਪਾਂ ਆਟੋਮੇਸ਼ਨ ਕਹਿੰਦੇ ਆ। ਹੁਣ ਉਹ ਕੰਪੋਨੈਂਟਸ ਕਿਹੜੇ ਆ ਜਿਹੜੇ ਅਸੀਂ ਰਿਪਲੇਸਮੈਂਟ ਲਈ ਯੂਜ਼ ਕਰਨੇ ਆ? ਇਟ ਮੇ ਬੀ ਮਕੈਨੀਕਲ, ਇਟ ਮੇ ਬੀ ਇਲੈਕਟ੍ਰੀਕਲ, ਇਲੈਕਟ੍ਰੋਨਿਕ, ਨਿਊਮੈਟਿਕਸ ਐਂਡ ਹਾਈਡ੍ਰੋਲਿਕਸ। ਇਹਨਾਂ ਕੰਪੋਨੈਂਟਸ ਦੇ ਨਾਲ ਅਸੀਂ ਆਪਣੀ ਮੈਂਟਲ ਐਫਰਟਸ ਤੇ ਹਿਊਮਨ ਐਫਰਟਸ ਨੂੰ ਰਿਡਿਊਸ ਕਰਨਾ, ਉਹਨੂੰ ਅਸੀਂ ਆਟੋਮੇਸ਼ਨ ਕਹਿੰਦੇ ਆ। ਹੁਣ ਆਟੋਮੇਸ਼ਨ ਜਿਹੜੀ ਹੈਗੀ ਆ, ਉਹਦੇ ਐਡਵਾਂਟੇਜਸ ਕੀ ਹੈਗੇ ਆ? ਜਿੱਥੇ ਅਸੀਂ ਆਟੋਮੇਸ਼ਨ ਕਰ ਦਿੰਦੇ ਆ ਉੱਥੇ ਲੇਬਰ ਸੇਵ ਹੋਏਗੀ, એનર્ਜੀ ਸੇਵ ਹੋਏਗੀ, ਮਟੀਰੀਅਲ ਜਿਹੜਾ ਹੈਗਾ ਉਹ ਸੇਵ ਹੋਏਗਾ ਕਿਉਂਕਿ ਵੇਸਟੇजेस ਨਹੀਂ ਹੋਣਗੀਆਂ। ਕੁਆਲਿਟੀ ਇੰਪਰੂਵ ਹੋਏਗੀ, ਐਕੂਰੇਸੀ ਇੰਪਰੂਵ ਹੋਏਗੀ ਔਰ ਪ੍ਰੋਡਕਟਿਵਿਟੀ ਇਨਕਰੀਜ਼ ਹੋਏਗੀ। ਜਿੱਥੇ ਜਿੱਥੇ ਆਪਾਂ ਆਟੋਮੇਸ਼ਨ ਹੈਗੀ ਆ ਉੱਥੇ ਇੰਪਰੂਵਮੈਂਟਸ ਕੁਆਲਿਟੀ, ਐਕੂਰੇਸੀ ਤੇ ਪ੍ਰੋਡਕਟਿਵਿਟੀ ਦੀ ਹੋਏਗੀ। ਇੰਪਰੂਵਸ ਕੰਸਿਸਟੈਂਸੀ ਆਫ ਪ੍ਰੋਸੈਸਿਸ ਔਰ ਪ੍ਰੋਡਕਟ। ਕੰਸਿਸਟੈਂਸੀ ਆਫ ਪ੍ਰੋਸੈਸਿਸ ਮੈਂ ਪਿੱਛੇ ਵੀ ਇਸੇ ਚੈਪਟਰ ਦੇ ਵਿੱਚ ਡਿਸਕਸ ਕੀਤਾ ਹੈ। ਕੰਸਿਸਟੈਂਸੀ ਮਤਲਬ ਲਗਾਤਾਰਤਾ। ਪ੍ਰੋਸੈਸਿਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਡਿਫਰੈਂਸ ਨਾ ਰਹਿਣਾ, ਹਰ ਵਾਰੀ ਅਸੀਂ ਉਸੇ ਪ੍ਰੋਸੈਸ ਨੂੰ ਫੋਲੋ ਕਰਨਾ ਔਰ ਉਸੇ ਹੀ ਤਰੀਕੇ ਦਾ ਪ੍ਰੋਡਕਟ ਤਿਆਰ ਕਰਨਾ ਜਿਹਦੇ ਕਿਸੇ ਵੀ ਤਰੀਕੇ ਦੀ ਕੁਆਲਿਟੀ, ਡਾਇਮੈਂਸ਼ਨਸ ਦੇ ਵਿੱਚ ਡਿਫਰੈਂਸ ਨਾ ਹੋਵੇ, ਉਹਨੂੰ ਕੰਸਿਸਟੈਂਸੀ ਕਹਿੰਦੇ ਆ। ਔਰ ਜਿੱਥੇ ਅਸੀਂ ਆਟੋਮੇਸ਼ਨ ਅਪਲਾਈ ਕਰ ਦਿੱਤੀ ਉੱਥੇ ਕੰਸਿਸਟੈਂਸੀ ਆਫ ਪ੍ਰੋਸੈਸਿਸ ਰਹੇਗੀ, ਪ੍ਰੋਡਕਟ ਦੀ ਜਿਹੜੀ ਕੰਸਿਸਟੈਂਸੀ ਉਹ ਰਹਿਣੀ ਆ। ਇਕਨੋਮਿਕ ਇੰਪਰੂਵਮੈਂਟਸ, ਕਿਉਂਕਿ ਜਿੱਥੇ ਅਸੀਂ ਆਟੋਮੇਸ਼ਨ ਲਗਾਤੀ ਉੱਥੇ ਟਾਈਮ ਬਚ ਗਿਆ ਸਾਡਾ। ਜਿੱਥੇ ਟਾਈਮ ਬਚ ਗਿਆ ਸਾਡੀ ਕੁਆਲਿਟੀ ਇੰਪਰੂਵ ਹੋ ਗਈ, ਪ੍ਰੋਡਕਸ਼ਨ ਇੰਪਰੂਵ ਹੋ ਗਈ, ਪ੍ਰੋਡਕਟਿਵਿਟੀ ਇੰਪਰੂਵ ਹੋ ਗਈ। ਇਹ ਸਾਰੀਆਂ ਚੀਜ਼ਾਂ ਜਦੋਂ ਇੰਪਰੂਵ ਹੋ ਜਾਂਦੀਆਂ ਤੇ ਇਕਨੋਮਿਕ ਡਿਵੈਲਪਮੈਂਟ ਆਪਣੇ ਆਪ ਹੀ ਹੋ ਜਾਏਗੀ। ਇਹ ਸਾਰੀਆਂ ਐਡਵਾਂਟੇਜਸ ਹੈਗੀਆਂ, ਕਿਉਂਕਿ ਇਹਨਾਂ ਐਡਵਾਂਟੇਜਸ ਕਰਕੇ ਹੀ ਜਿਹੜਾ ਆਟੋਮੇਸ਼ਨ ਹੈਗਾ ਆ ਉਹ ਬਹੁਤ ਵੱਡਾ ਫੈਕਟਰ ਆ ਜਿਹੜਾ ਪ੍ਰੋਡਕਟਿਵਿਟੀ ਨੂੰ ਇਨਕਰੀਜ਼ ਕਰਦਾ। ਸੋ ਆਟੋਮੇਸ਼ਨ ਇਜ਼ ਆਲਸੋ ਅ ਵੈਰੀ ਬਿਗ ਫੈਕਟਰ ਟੂ ਇਨਕਰੀਜ਼ ਦੀ ਪ੍ਰੋਡਕਟਿਵਿਟੀ। ਇਸ ਤੋਂ ਬਾਅਦ ਅਸੀਂ ਕਰਨੇ ਆ ਹਾਊ ਆਟੋਮੇਸ਼ਨ ਇੰਪਰੂਵ ਪ੍ਰੋਡਕਟਿਵਿਟੀ। ਆਪਾਂ ਪਿੱਛੇ ਗੱਲ ਕੀਤੀ ਸੀ ਪਿਛਲੀ ਸਲਾਈਡ ਦੇ ਉੱਤੇ ਕਿ ਜੇ ਅਸੀਂ ਆਟੋਮੇਸ਼ਨ ਕਰਾਂਗੇ ਤਾਂ ਪ੍ਰੋਡਕਟਿਵਿਟੀ ਇਨਕਰੀਜ਼ ਆਏਗੀ। ਆਪਾਂ ਕਿਉਂਕਿ ਮੇਨਲੀ ਡਿਸਕਸ ਹੀ ਪ੍ਰੋਡਕਟਿਵਿਟੀ ਨੂੰ ਕਰਦੇ ਪਏ ਆ, ਇਸ ਕਰਕੇ ਅਸੀਂ ਦੇਖਦੇ ਆ ਕਿ ਪ੍ਰੋਡਕਟਿਵਿਟੀ ਨੂੰ ਆਟੋਮੇਸ਼ਨ ਕਿਹੜੇ ਤਰੀਕੇ ਦੇ ਨਾਲ ਇੰਪਰੂਵ ਕਰ ਦੇਗੀ। ਕਿਵੇਂ ਕਰ ਦੇਗੀ? ਬਾਈ ਰਿਡਿਊਸਿੰਗ ਸਾਈਕਲ ਟਾਈਮ। ਜਿੱਥੇ ਆਟੋਮੇਸ਼ਨ ਹੋਏਗੀ ਮਸ਼ੀਨ ਦਾ ਸਾਈਕਲ ਟਾਈਮ ਰਿਡਿਊਸ ਹੋ ਜਾਏਗਾ। ਹੁਣ ਸਾਈਕਲ ਟਾਈਮ ਕੀ ਹੈਗਾ?
ਉਹਦੇ ਵਿੱਚ ਜਿਹੜੀਆਂ ਵੇਰੀਅਸ ਪ੍ਰੋਸੈਸਿਸ ਹੈਗੀਆਂ ਆ ਉਹ ਪੂਰਾ ਸਾਈਕਲ ਕਿੰਨਾ ਟਾਈਮ ਲੈਂਦਾ ਪਿਆ, ਉਹਦੇ ਵਿੱਚ ਕਈ ਤਰ੍ਹਾਂ ਦੀਆਂ ਸਟਾਪੇजेस ਹੈਗੀਆਂ, ਕਈ ਤਰ੍ਹਾਂ ਦੇ ਆਈਡਲ ਟਾਈਮ ਹੁੰਦੇ ਨੇ। ਆਟੋਮੇਸ਼ਨ ਦੇ ਨਾਲ ਜਿਹੜੇ ਉਹ ਆਈਡਲ ਟਾਈਮ ਆ ਉਹਨਾਂ ਨੂੰ ਰਿਡਿਊਸ ਕਰ ਦਿੰਨੇ ਆ ਅਸੀਂ, ਔਰ ਜਿਹੜਾ ਸਾਈਕਲ ਹੈਗਾ ਉਹ ਫਾਸਟ ਹੋ ਜਾਂਦਾ। ਓਬਵੀਅਸ ਹੈਗਾ ਜਿੰਨੀ ਜ਼ਿਆਦਾ ਫਾਸਟ ਸਾਈਕਲ ਹੋਏਗਾ, ਜਿੰਨਾ ਉਹਦਾ ਸਾਈਕਲ ਟਾਈਮ ਆਪਾਂ ਰਿਡਿਊਸ ਕਰ ਦਾਂਗੇ, ਉਹਨੇ ਜ਼ਿਆਦਾ ਪ੍ਰੋਡਕਟ ਜਿਹੜੇ, ਉਹਨੇ ਜ਼ਿਆਦਾ ਕੰਪੋਨੈਂਟ ਜਿਹੜਾ ਹੈਗਾ ਉਹਦਾ ਪ੍ਰੋਡਕਸ਼ਨ ਰੇਟ ਇਨਕਰੀਜ਼ ਹੋ ਜਾਏਗਾ। ਬਾਈ ਇੰਸਟਾਲਿੰਗ ਵੇਅਰ ਹਾਈ ਡਿਗਰੀ ਆਫ ਐਕੂਰੇਸੀ ਇਜ਼ ਰਿਕੁਆਇਰਡ, ਜਿੱਥੇ ਬਹੁਤ ਜ਼ਿਆਦਾ ਐਕੂਰੇਸੀ ਰਿਕੁਆਇਰਡ ਹੋਵੇ ਉੱਥੇ ਅਸੀਂ ਆਟੋਮੇਸ਼ਨ ਨੂੰ ਲਗਾਉਂਦੇ ਹਾਂ, ਉਹਦੇ ਨਾਲ ਪ੍ਰੋਡਕਟਿਵਿਟੀ ਇਨਕਰੀਜ਼ ਹੋਏਗੀ। ਬਾਈ ਰਿਪਲੇਸਿੰਗ ਹਿਊਮਨ operators in task that involves hard physical work, ਜਿੱਥੇ ਬਹੁਤ ਜ਼ਿਆਦਾ ਫਿਜ਼ੀਕਲ ਵਰਕ ਹੋਵੇ ਔਰ ਲੇਬਰ ਕੋਲੋਂ ਇਹ ਇੰਨਾ ਸੌਖਾ ਕੰਮ ਕਰਨਾ ਨਾ ਹੋਵੇ, ਉੱਥੇ ਅਸੀਂ ਆਟੋਮੇਸ਼ਨ ਨੂੰ ਅਪਲਾਈ ਕਰ ਦਿੰਦੇ ਆ। ਕਿਉਂਕਿ ਉਹਦੇ ਨਾਲ ਫਿਜ਼ੀਕਲ ਐਫਰਟਸ, ਮੈਂ ਪਹਿਲਾਂ ਗੱਲ ਕਰ ਚੁੱਕਾ, ਕਿਉਂਕਿ ਫਿਜ਼ੀਕਲ ਐਫਰਟਸ ਆਟੋਮੇਸ਼ਨ ਰਿਡਿਊਸ ਕਰਦੀ ਆ। ਜਿੱਥੇ ਆਮ ਬੰਦੇ ਦੇ ਬਸ ਦਾ ਕੰਮ ਨਹੀਂ ਹੈਗਾ ਕਿਸੇ ਚੀਜ਼ ਨੂੰ ਕਰਨਾ, ਫਿਜ਼ੀਕਲੀ ਨਹੀਂ ਕਰ ਸਕਦਾ, ਉੱਥੇ ਅਸੀਂ ਆਟੋਮੇਸ਼ਨ ਨੂੰ ਅਪਲਾਈ ਕਰ ਦਵਾਂਗੇ। ਰਿਪਲੇਸਿੰਗ ਹਿਊਮਨਸ ਇਨ ਟਾਸਕ ਡਨ ਇਨ ਡੇਂਜਰਸ ਇਨਵਾਇਰਨਮੈਂਟ, ਮੀਨਸ ਜਿੱਥੇ ਡੇਂਜਰਸ ਇਨਵਾਇਰਨਮੈਂਟ ਆ, ਹੈਜ਼ਾਰਡੀਅਸ ਪ੍ਰੋਸੈਸਿਸ ਹੈਗੀਆਂ, ਜਿੱਥੇ ਕੋਈ ਡੇਂਜਰਸ ਫਿਊਮਸ ਆ ਜਿਹੜੀ ਸਾਡੀ ਸਿਹਤ ਨੂੰ ਅਸਰ ਪਾਉਂਦੇ ਨੇ, ਸਾਡੀ ਸਿਹਤ ਨੂੰ ਖਰਾਬ ਕਰ ਸਕਦੇ ਆ, ਸਾਨੂੰ ਕੋਈ ਪ੍ਰੋਲੋਂਗ ਇਲਨੈਸ ਕਰ ਸਕਦੇ ਆ, ਜਿੱਥੇ ਕੋਈ ਰੇਡੀਏਸ਼ਨਸ ਹੈਗੀਆਂ ਇਦਾਂ ਦੀਆਂ, ਜਿੱਥੇ ਟੈਂਪਰੇਚਰ ਬਹੁਤ ਹਾਈ ਹੈਗਾ, ਹਿਊਮਿਡ ਬਹੁਤ ਜ਼ਿਆਦਾ ਹੈਗਾ, ਜਿੱਥੇ ਆਮ ਲੇਬਰ ਕੰਮ ਨਹੀਂ ਕਰ ਸਕਦੀ, ਉੱਥੇ ਅਸੀਂ ਆਟੋਮੇਸ਼ਨ ਨੂੰ ਅਪਲਾਈ ਕਰਕੇ ਪ੍ਰੋਡਕਟਿਵਿਟੀ ਇਨਕਰੀਜ਼ ਕਰ ਸਕਦੇ ਹਾਂ। ਸੋ ਜਿੱਥੇ ਫਿਊਮਸ ਹੋਣ, ਰੇਡੀਏਸ਼ਨਸ ਹੋਣ, ਡੇਂਜਰਸ ਇਨਵਾਇਰਨਮੈਂਟਸ ਹੋਣ, ਕੈਮੀਕਲਸ ਹੋਣ, ਜਿੱਥੇ ਆਮ ਬੰਦਾ ਕੰਮ ਨਹੀਂ ਕਰ ਸਕਦਾ, ਉੱਥੇ ਅਸੀਂ ਆਟੋਮੇਸ਼ਨ ਨੂੰ ਅਪਲਾਈ ਕਰਕੇ ਪ੍ਰੋਡਕਟਿਵਿਟੀ ਨੂੰ ਇਨਕਰੀਜ਼ ਕਰ ਸਕਦੇ ਹਾਂ। ਇਹ ਸਾਰੇ ਫੈਕਟਰ ਸੀਗੇ ਜਿਹੜੇ ਅਸੀਂ ਡਿਸਕਸ ਕੀਤੇ ਆ, ਜਿਹੜੇ ਆਟੋਮੇਸ਼ਨ ਨਾਲ ਰਿਲੇਟਡ ਆ। ਆਟੋਮੇਸ਼ਨ ਨੇ ਇੰਪਰੂਵਮੈਂਟਸ ਕਰ ਦਿੱਤੀਆਂ, ਉਹਦੇ ਕਰਕੇ ਪ੍ਰੋਡਕਟਿਵਿਟੀ ਜਿਹੜੀ ਆ ਉਹ ਇਨਕਰੀਜ਼ ਹੋ ਗਈ। ਸੋ ਆਟੋਮੇਸ਼ਨ ਇਜ਼ ਅ ਵੈਰੀ ਬਿਗ ਫੈਕਟਰ ਟੂ ਇਨਕਰੀਜ਼ ਦੀ ਪ੍ਰੋਡਕਟਿਵਿਟੀ। ਹੁਣ ਦੇਖੋ, ਜਿੱਥੇ ਐਡਵਾਂਟੇजेस ਹੈਗੀਆਂ ਉੱਥੇ ਆਟੋਮੇਸ਼ਨ ਦੀਆਂ ਕੁਝ ਡਿਸਐਡਵਾਂਟੇजेस ਵੀ ਹੈਗੀਆਂ, ਤੁਹਾਡੇ ਬੁੱਕ ਦੇ ਵਿੱਚ ਵੀ ਹੈਗੀਆਂ। ਇਹ ਬਹੁਤ ਜ਼ਰੂਰੀ ਹੈ, ਕਈ ਵਾਰ ਪੇਪਰ ਦੇ ਵਿੱਚ ਆ ਵੀ ਜਾਂਦਾ, ਵਿਚ ਆਫ ਦੀ ਫੋਲੋਇੰਗ ਇਜ਼ ਦੀ ਡਿਸਐਡਵਾਂਟੇਜ ਆਫ ਆਟੋਮੇਸ਼ਨ, ਤੇ ਆਪਸ਼ਨ ਆ ਸਕਦੀ ਹੈ ਤੁਹਾਨੂੰ ਵਿੱਚੋਂ ਕੋਈ ਉਹ ਚੂਜ਼ ਕਰਨੀ ਆ। ਸਭ ਤੋਂ ਪਹਿਲਾਂ ਅਸੀਂ ਦੇਖਣਾ ਸਿਕਿਉਰਿਟੀ ਥ੍ਰੈਟਸ। ਡਿਸਐਡਵਾਂਟੇਜ ਕੀ ਆਟੋਮੇਸ਼ਨ ਦਾ? ਸਿਕਿਉਰਿਟੀ ਥ੍ਰੈਟਸ, ਲਿਮਿਟ ਲੈਵਲ ਆਫ ਇੰਟੈਲੀਜੈਂਸ। ਇਹਦੇ ਵਿੱਚ ਲੈਵਲ ਆਫ ਇੰਟੈਲੀਜੈਂਸ, ਕਿਉਂਕਿ ਸੋਚ ਨਹੀਂ ਹੈਗੀ ਇਹਦੇ ਵਿੱਚ, ਕਿਸੇ ਵੇਲੇ ਪ੍ਰੋਸੈਸਿਸ ਦੇ ਵਿੱਚ ਰੋਂਗ ਹੋ ਜਾਂਦਾ ਹੈ, ਇਹ ਉਹਨੂੰ ਸਡਨ ਸਟਾਪ ਨਹੀਂ ਕਰ ਸਕਦੀ। ਸੋ ਆਟੋਮੇਸ਼ਨ ਜਿਹੜੀ ਹੈਗੀ ਉੱਤੇ ਸਿਕਿਉਰਿਟੀ ਥ੍ਰੈਟਸ ਰਹਿਣਗੇ। ਅਨਪ੍ਰੈਡਿਕਟੇਬਲ ਐਕਸੈਸਿਵ ਡਿਵੈਲਪਮੈਂਟ ਕਾਸਟ, that is research and development cost। ਜਦੋਂ ਅਸੀਂ ਕੋਈ ਵੀ ਆਟੋਮੇਸ਼ਨ ਨੂੰ ਡਿਜ਼ਾਈਨ ਕਰਨਾ ਆ ਤੇ ਉਹਦੇ ਰਿਸਰਚ ਐਂਡ ਡਿਵੈਲਪਮੈਂਟ ਤੇ ਕਾਸਟ ਬਹੁਤ ਜ਼ਿਆਦਾ ਇਨਵੋਲਵ ਹੋ ਜਾਂਦੀ ਆ। ਸੋ ਉਹ ਬਹੁਤ ਜ਼ਿਆਦਾ ਖਰਚਾ ਆ ਜਾਂਦਾ ਉਹਦੇ ਵਿੱਚ। ਬਟ ਜਿੱਥੇ ਬਹੁਤ ਜ਼ਿਆਦਾ ਸਾਨੂੰ ਵੱਡੀ ਇੰਡਸਟਰੀ ਹੈਗੀ ਆ, ਔਰ ਜਿੱਥੇ ਬਹੁਤ ਮਾਸ ਪ੍ਰੋਡਕਸ਼ਨ ਚਾਹੀਦੀ ਆ, ਜਿੱਥੇ ਬਹੁਤ ਕੁਆਲਿਟੀ ਚਾਹੀਦੀ ਆ, ਜਿੱਥੇ ਬਹੁਤ ਕੁਆਲਿਟੀ ਆ, ਉੱਥੇ ਮੈਂਡੇਟਰੀ ਆ ਕਿ ਸਾਨੂੰ ਆਟੋਮੇਸ਼ਨ ਅਪਲਾਈ ਕਰਨੀ ਹੀ ਪਏਗੀ। ਹਾਈ ਇਨੀਸ਼ੀਅਲ ਕਾਸਟ, ਕਿਸੇ ਵੀ ਇੰਡਸਟਰੀ ਨੇ ਜਦੋਂ ਆਟੋਮੇਸ਼ਨ ਕੋਈ ਇੰਸਟਾਲ ਕਰਨੀ ਆ ਫਸਟ ਟਾਈਮ, ਉਹਦੇ ਤੇ ਇਨੀਸ਼ੀਅਲ ਕਾਸਟ ਬਹੁਤ ਜ਼ਿਆਦਾ ਆ ਜਾਂਦੀ ਆ। ਇੱਕ ਤਾਂ ਰਿਸਰਚ ਐਂਡ ਡਿਵੈਲਪਮੈਂਟ ਕਾਸਟ ਬਹੁਤ ਜ਼ਿਆਦਾ ਆ, ਉਸ ਤੋਂ ਬਾਅਦ ਇਹਦੀ ਇੰਸਟਾਲੇਸ਼ਨ ਕਾਸਟ ਵੀ ਜਿਹੜੀ ਆ ਜ਼ਿਆਦਾ ਆ ਜਾਂਦੀ ਆ। ਬਟ ਮੈਂ ਬਾਰ-ਬਾਰ ਇਹ ਗੱਲ ਕਰ ਰਿਹਾ, ਜਿੱਥੇ ਜ਼ਿਆਦਾ ਐਕੂਰੇਸੀ ਆ, ਮਾਸ ਪ੍ਰੋਡਕਸ਼ਨ ਆ, ਉੱਥੇ ਆਟੋਮੇਸ਼ਨ ਅਪਲਾਈ ਕਰਨਾ ਜ਼ਰੂਰੀ ਹੈ। ਉਸ ਤੋਂ ਬਿਨਾਂ ਪ੍ਰੋਡਕਟਿਵਿਟੀ ਸਾਨੂੰ ਨਹੀਂ ਮਿਲ ਸਕਦੀ। ਨੈਕਸਟ ਫੈਕਟਰ ਇਜ਼ ਮੋਟੀਵੇਸ਼ਨ। ਮੋਟੀਵੇਸ਼ਨ ਵੀ ਇੱਕ ਬਹੁਤ ਵੱਡਾ ਫੈਕਟਰ ਹੈ ਜਿਹਦੇ ਨਾਲ ਪ੍ਰੋਡਕਟਿਵਿਟੀ ਇਨਕਰੀਜ਼ ਹੁੰਦੀ ਆ। ਹੁਣ ਮੋਟੀਵੇਸ਼ਨ ਹੈ ਕੀ ਹੈ? ਇਟ ਇਜ਼ ਡਰਾਈਵਡ ਫਰੋਮ ਦੀ ਵਰਡ ਮੋਟਿਵ। ਮੋਟਿਵ ਵਰਡ ਤੋਂ ਇਹ ਮੋਟੀਵੇਸ਼ਨ ਡਰਾਈਵ ਹੋਇਆ ਹੈ। ਮੀਨਸ ਨੀਡ, ਡਿਜ਼ਾਇਰ, ਵਾਂਟਸ ਔਰ ਡਰਾਈਵਸ ਵਿਦਿਨ ਦੀ ਪਰਸਨ। ਆਦਮੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ, ਉਹਦੀਆਂ ਡਿਜ਼ਾਇਰਸ ਨੂੰ ਪੂਰਾ ਕਰਨਾ। ਜਾਂ ਇੱਕ ਤੁਹਾਡੇ ਚੈਪਟਰ ਫਸਟ ਹੈਗਾ ਐਂਟਰਪ੍ਰੇਨਿਓਰਸ਼ਿਪ ਸਕਿੱਲਸ, ਉਹਦੇ ਵਿੱਚ ਇੱਕ ਮੋਟੀਵੇਸ਼ਨ ਦੀ ਡੈਫੀਨੇਸ਼ਨ ਉਹਨਾਂ ਨੇ ਡਿਸਕਸ ਕੀਤੀ ਹੋਈ ਆ, that the word motivation is derived from a Latin word movere। so motivation movere ਤੋਂ ਹੋਇਆ। movere ਦਾ ਕੀ ਮਤਲਬ ਹੈ? to move or inner stimulus to action। it is the process of inspiring people to do extra to achieve the goal। means ਕੀ ਹੈਗਾ? ਇਹ ਇੱਕ ਲੈਟਿਨ ਵਰਡ ਆ, ਪੇਪਰ ਦੇ ਵਿੱਚ ਵੀ ਕਹੀ ਆ ਜਾਂਦਾ that motivation is derived from which Latin word। ਸੋ ਤੁਸੀਂ ਆਨਸਰ ਉਹਦਾ ਮੋਵੇਰ ਕਰਨਾ ਹੈ, ਉਹਦੇ ਚ ਆਪਸ਼ਨ ਚ ਵੀ ਮੋਵੇਰ ਹੋਏਗਾ।
ਸੋ ਮੋਵੇਰ ਮੀਨਸ ਟੂ ਮੂਵ। ਇਹ ਮੋਟੀਵੇਸ਼ਨ ਇੱਕ ਇਦਾਂ ਦੀ ਇੰਟਰਨਲ ਪਾਵਰ ਆ ਬੰਦੇ ਦੀ ਜਿਹੜੀ ਤੁਹਾਨੂੰ ਆਪਣੇ ਗੋਲ ਅਚੀਵ ਕਰਨ ਦੇ ਲਈ ਸਟਿਮੂਲਸ ਕਰਦੀ ਆ, ਤੁਹਾਨੂੰ ਚਾਰਜ ਕਰਦੀ ਆ। ਸੋ ਇੱਕ ਇੰਟਰਨਲ ਪਾਵਰ ਆ ਮੋਟੀਵੇਸ਼ਨ। ਇੱਕ ਤਾਂ ਤੁਹਾਡੀ ਇੰਟਰਨਲ ਪਾਵਰ ਹੈਗੀ ਵੀ ਹੈ, ਇੱਕ ਮੋਟੀਵੇਸ਼ਨ ਸਾਨੂੰ ਬਾਹਰੋਂ ਵੀ ਦਿੱਤੀ ਜਾਂਦੀ ਹੈ। ਸੋ ਅਸੀਂ ਪਹਿਲਾਂ ਡਿਸਕਸ ਕਰਨਾ ਸਾਈਕੋਲੋਜੀਕਲ ਫੈਕਟਰਸ ਦੈਟ ਮੋਟੀਵੇਟ ਦੀ ਪੀਪਲ ਬਿਹੇਵੀਅਰ ਕੈਨ ਬੀ। ਉਹ ਕਿਹੜੇ ਸਾਈਕੋਲੋਜੀਕਲ ਫੈਕਟਰਸ ਨੇ ਜਿਹੜੇ ਲੋਕਾਂ ਨੂੰ, ਜਿਹੜੇ ਲੇਬਰ ਨੂੰ ਮੋਟੀਵੇਟ ਕਰਦੇ ਨੇ। ਸਭ ਤੋਂ ਪਹਿਲਾਂ ਤਾਂ ਜੇ ਬੰਦੇ ਨੂੰ ਜੌਬ ਸੈਟਿਸਫੈਕਸ਼ਨ ਆ ਤੇ ਉਹ ਮੋਟੀਵੇਟ ਰਹੇਗਾ, ਉਹਨੂੰ ਅਚੀਵਮੈਂਟਸ ਮਿਲਦੀਆਂ ਨੇ ਤਾਂ ਮੋਟੀਵੇਟ ਰਹੇਗਾ, ਜੇ ਇੰਡਸਟਰੀ ਦੇ ਵਿੱਚ ਟੀਮ ਵਰਕ ਹੈਗਾ ਤਾਂ ਉਹ ਮੋਟੀਵੇਟ ਰਹੇਗਾ, ਜੇ ਉਹਦੀਆਂ ਪੈਸੇ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਪਈਆਂ ਤਾਂ ਵੀ ਉਹ ਮੋਟੀਵੇਟ ਰਹੇਗਾ। ਸੋ ਸਟੇਜਿਸ ਆਫ ਮੋਟੀਵੇਸ਼ਨ, ਕਿਸ ਤਰੀਕੇ ਨਾਲ ਅਸੀਂ ਮੋਟੀਵੇਟ ਕਰ ਸਕਦੇ ਹਾਂ ਕਿਸੇ ਨੂੰ? ਓਬਲਾਈਜ਼ ਕਰਕੇ, ਇਨਸੈਂਟਿਵਸ ਦੇ ਕੇ। when needs are satisfied then satisfaction is there। ਜਦੋਂ ਆਦਮੀ ਦੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਤੇ ਉਹ ਸੈਟਿਸਫਾਈਡ ਹੋ ਜਾਂਦਾ। ਸੋ ਕੋਈ ਵੀ ਵਰਕਰ ਜਿਹੜਾ ਇੰਡਸਟਰੀ ਦੇ ਵਿੱਚ ਕੰਮ ਕਰਦਾ ਪਿਆ, ਅਨਲੈਸ ਔਰ ਅੰਟਿਲ ਅਸੀਂ ਉਹਨੂੰ ਮੋਟੀਵੇਟ ਨਹੀਂ ਕਰਦੇ ਤੇ ਉਹਦੇ ਕੋਲੋਂ ਅਸੀਂ ਪੂਰੀ ਆਊਟਪੁੱਟ ਹੀ ਨਹੀਂ ਲੈ ਸਕਦੇ। ਜੇ ਓਬਵੀਅਸ ਹੈਗਾ ਕਿ ਮੋਟੀਵੇਟ ਹੋਏਗਾ ਵਰਕਰ ਸਾਡਾ ਤੇ ਅਸੀਂ ਉਹਦੇ ਤੋਂ ਮੈਕਸਿਮਮ ਆਊਟਪੁੱਟ ਲੈ ਸਕਦੇ ਹਾਂ। ਉਹ ਖੁਸ਼ ਹੋਏਗਾ ਤਾਂ ਸਾਨੂੰ ਪ੍ਰੋਡਕਟਿਵਿਟੀ ਜ਼ਿਆਦਾ ਮਿਲੇਗੀ। ਹੁਣ ਓਬਲਾਈਜ਼ ਕਰਕੇ, ਇਨਸੈਂਟਿਵਸ ਦੇ ਕੇ, ਰਾਈਟ, ਇਹ ਇਸ ਤਰੀਕੇ ਦੇ ਨਾਲ ਅਸੀਂ ਆਪਣੀ ਲੇਬਰ ਨੂੰ, ਆਪਾਂ ਆਪਣੇ ਵਰਕਰ ਨੂੰ ਮੋਟੀਵੇਟ ਕਰਨਾ। ਸੋ ਇਹਦੇ 'ਚ ਅਸੀਂ ਡਿਸਕਸ ਕਰਦੇ ਹਾਂ ਕਿ ਇੱਕ ਵਰਡ ਹੈਗਾ ਇਨਸੈਂਟਿਵ। ਇਨਸੈਂਟਿਵ ਨੂੰ ਆਪਾਂ ਡਿਸਕਸ ਕਰਨਾ ਹੈ। ਵਰਕਮੈਨ ਇਨਸੈਂਟਿਵ 3 ਤਰ੍ਹਾਂ ਦਾ ਹੁੰਦਾ ਹੈ, ਨਾਨ ਫਾਈਨੈਂਸ਼ੀਅਲ, ਸੈਮੀ ਫਾਈਨੈਂਸ਼ੀਅਲ ਤੇ ਫਾਈਨੈਂਸ਼ੀਅਲ। ਇਹਨਾਂ ਵਿੱਚ ਨਾਨ ਫਾਈਨੈਂਸ਼ੀਅਲ ਕੀ ਹੈ? ਅਸੀਂ ਪੈਸੇ ਦੀ ਮਦਦ ਨਹੀਂ ਕਰਨੀ, ਪਰ ਉਹਨੂੰ ਜਿਹੜਾ ਵੀ ਲੇਬਰ, ਜਿਹੜਾ ਵੀ ਵਰਕਰ ਸਾਡਾ ਵਧੀਆ ਕੰਮ ਕਰਦਾ ਪਿਆ, ਸਟਾਫ ਮੈਂਬਰ ਕੋਈ ਵਧੀਆ ਕੰਮ ਕਰਦਾ ਪਿਆ ਤੇ ਉਹਨੂੰ ਐਪਰੀਸੀਏਸ਼ਨ ਉਹਦੇ ਕੰਮ ਦੀ ਦੇਣੀ, ਆਪਾਂ ਉਹਦੇ ਕੰਮ ਨੂੰ ਰੈਕੋਗਨਾਈਜ਼ ਕਰਨਾ। ਦੈਟ ਇਜ਼ ਨੋਨ ਐਜ਼, ਓਬਵੀਅਸ ਹੈਗਾ ਜੇ ਆਪਾਂ ਕਿਸੇ ਦੇ ਕੰਮ ਨੂੰ ਐਪਰੀਸ਼ੀਏਟ ਕਰਾਂਗੇ, ਉਹਨੂੰ ਰੈਕੋਗਨਾਈਜ਼ ਕਰਾਂਗੇ ਤੇ ਉਹ ਮੋਟੀਵੇਟ ਹੋਏਗਾ। ਇਹ ਵੀ ਇੱਕ ਤਰ੍ਹਾਂ ਦਾ ਇਨਸੈਂਟਿਵ ਹੈਗਾ। ਦੈਨ ਸੈਮੀ ਫਾਈਨੈਂਸ਼ੀਅਲ, ਅਸੀਂ ਉਹਦੀ ਡਾਇਰੈਕਟਲੀ ਔਰ ਇਨਡਾਇਰੈਕਟਲੀ ਕਿਸੇ ਵੀ ਤਰੀਕੇ ਦੇ ਨਾਲ ਉਹਦੀ ਮਦਦ ਕਰ ਦੇਣੀ ਹੈ। ਸੇ ਉਹਨੂੰ ਕੋਈ ਅਸੀਂ ਬੋਨਸ ਦੇ ਦਿੱਤਾ, ਜਾਂ ਉਹਦੇ 'ਚ ਘਰ ਦੇ ਵਿੱਚ ਕੋਈ ਬਿਮਾਰ ਠਮਾਰ ਹੈਗਾ, ਅਸੀਂ ਉਹਦੀ ਹੈਲਪ ਕਰ ਦਿੱਤੀ, ਉਹਨੂੰ ਅਸੀਂ ਹਸਪੀਟਲ ਲੈ ਗਏ ਜਾਂ ਉਹਦੀ ਇਨਡਾਇਰੈਕਟਲੀ ਮਦਦ ਕਰ ਦਿੱਤੀ। ਦੈਟ ਇਜ਼ ਨੋਨ ਐਜ਼ ਸੈਮੀ ਫਾਈਨੈਂਸ਼ੀਅਲ, ਜਿੱਥੇ ਹੱਲਾਸ਼ੇਰੀ ਵੀ ਨਾਲ ਹੋਵੇ ਔਰ ਅਸੀਂ ਉਹਦਾ ਥੋੜੀ ਬਹੁਤੀ ਪੈਸੇ ਦੇ ਨਾਲ ਮਦਦ ਵੀ ਕਰ ਦਈਏ। ਵਨ ਇਜ਼ ਅਨਦਰ ਇਜ਼ ਫਾਈਨੈਂਸ਼ੀਅਲ। ਫਾਈਨੈਂਸ਼ੀਅਲ ਨੂੰ ਅਸੀਂ ਵੇਜ ਇਨਸੈਂਟਿਵ ਕਹਿੰਦੇ। ਕਈ ਵਾਰੀ ਪੇਪਰ ਦੇ ਵਿੱਚ ਆ ਜਾਂਦਾ ਫਾਈਨੈਂਸ਼ੀਅਲ ਇਨਸੈਂਟਿਵ ਇਜ਼ ਆਲਸੋ ਕਾਲਡ, ਫਿਲਿੰਗ ਦੀ ਬਲੈਂਕਸ ਦੀ ਫਾਰਮ ਚ ਆਉਂਦਾ ਹੈ, ਉੱਥੇ ਆਪਸ਼ਨ ਹੁੰਦੀ ਹੈ ਵੇਜ ਇਨਸੈਂਟਿਵ। ਇਹਦਾ ਨਾਮ ਵੇਜ ਇਨਸੈਂਟਿਵ ਹੈਗਾ ਹੈ। ਦੂਸਰਾ ਇਹ ਯਾਦ ਕਰਨਾ, ਪੈਸੇ ਦੇ ਨਾਲ ਕਿਸੇ ਲੇਬਰ ਦੀ ਆਪਾਂ ਮਦਦ ਕਰਨੀ। ਇੱਕ ਦੇਖੋ ਸੈਲਰੀ ਤਾਂ ਹੈਗੀ ਆ, ਸੈਲਰੀ ਤੋਂ ਆਪਾਂ ਓਵਰ ਟਾਈਮ ਦੇ ਦਿੱਤਾ, ਉਹਨੇ ਕੋਈ ਜ਼ਿਆਦਾ ਪ੍ਰੋਡਕਸ਼ਨ ਕੱਢ ਕੇ ਦੇ ਦਿੱਤੀ, ਉਹਨੂੰ ਐਕਸਟਰਾ ਇਨਸੈਂਟਿਵ ਦੇ ਦਿੱਤਾ ਵੀ ਮੰਨ ਲਓ 1 ਘੰਟੇ ਦੇ ਵਿੱਚ ਉਹ 100 ਪੀਸ ਮਸ਼ੀਨ ਕੱਢ ਸਕਦੀ ਸੀ, 100 ਦੀ ਬਜਾਏ ਉਹਨੇ 125 ਪੀਸ ਕੱਢ ਦਿੱਤੇ। 125 ਪੀਸ ਜਿਹੜੇ ਐਕਸਟਰਾ ਕੱਢੇ ਨੇ ਉਸ ਦੇ ਬਦਲੇ ਉਹਨੂੰ ਕੁਛ ਨਾ ਕੁਛ ਅਸੀਂ ਫਾਈਨੈਂਸ਼ੀਅਲ ਮਦਦ ਦੇਣੀ ਆ ਤੇ ਉਹਦੇ ਨਾਲ ਵੀ ਪ੍ਰੋਡਕਸ਼ਨ ਇਨਕਰੀਜ਼ ਹੋਏਗੀ। ਹੁਣ ਅਸੀਂ ਦੇਖਣਾ ਆਬਜੈਕਟਿਵਸ ਕੀ ਹੈਗੇ ਆ, ਇਨਸੈਂਟਿਵ ਦੇ ਆਬਜੈਕਟਿਵਸ ਕੀ ਹੈਗੇ ਆ। ਟੂ ਮੋਟੀਵੇਟ ਵਰਕਰਸ ਟੂ ਗਿਵ देयर ਬੈਸਟ। ਇਨਸੈਂਟਿਵ ਦਵਾਂਗੇ ਤੇ ਵਰਕਰਸ ਮੋਟੀਵੇਟ ਹੋਣਗੇ। ਬੇਸਿਕਲੀ ਫੈਕਟਰ ਮੋਟੀਵੇਸ਼ਨ ਆ। ਸੋ ਇਨਸੈਂਟਿਵ ਦੇ ਕੇ ਉਹਨੂੰ ਮੋਟੀਵੇਟ ਕਰਨਾ, ਉਹਦੇ ਨਾਲ ਵਰਕਰ ਆਪਣਾ ਬੈਸਟ ਦੇਗਾ। ਟੂ ਇੰਪਰੂਵ ਦੀ ਐਫੀਸ਼ੀਐਂਸੀ ਆਫ ਵਰਕਰ, ਵਰਕਰ ਦੀ ਐਫੀਸ਼ੀਐਂਸੀ ਇਨਕਰੀਜ਼ ਹੋਏਗੀ। ਇਨਕਰੀਜ਼ ਆਊਟਪੁੱਟ ਕੰਸਿਸਟੈਂਟ ਵਿਦ ਸਰਟਨ ਕੁਆਲਿਟੀ ਸਟੈਂਡਰਡਸ। ਓਬਵੀਅਸ ਹੈਗਾ, ਖੁਸ਼ ਹੈਗਾ, ਵਧੀਆ ਤਰੀਕੇ ਨਾਲ ਕੰਮ ਕਰੇਗਾ ਔਰ ਕੁਆਲਿਟੀ ਵੀ ਮੇਨਟੇਨ ਹੋਏਗੀ। ਇੰਪਰੂਵਡ ਕੁਆਲਿਟੀ ਵੀ ਇੰਪਰੂਵ ਹੋਏਗੀ, ਵੇਸਟੇजेस ਵੀ ਰਿਡਿਊਸ ਹੋਣਗੀਆਂ, ਪਲਾਂਟ ਯੂਟਿਲਾਈਜੇਸ਼ਨ ਵੀ ਹੋਏਗੀ। ਮੀਨਸ ਉਹ ਮਸ਼ੀਨ ਨੂੰ ਆਪਣੇ ਆਪ ਹੀ ਜ਼ਿਆਦਾ ਉਹਨੇ, ਕਿਉਂਕਿ ਇਨਸੈਂਟਿਵ ਦੇਤਾ ਉਹਨੂੰ, ਅਸੀਂ ਕਿਹਾ ਜੇ 100 ਪੀਸ ਮਸ਼ੀਨ ਬਣਾਉਂਦੀ ਆ ਤੇ ਜੇ ਤੂੰ 125 ਪੀਸ ਤਿਆਰ ਕਰ ਦਿੰਦਾ, 125 ਕੰਪੋਨੈਂਟ ਉਸੇ ਟਾਈਮ 'ਚ ਤਿਆਰ ਕਰਦਾ ਤੇ 25 ਪੀਸਾਂ ਦਾ ਤੈਨੂੰ ਐਕਸਟਰਾ ਮਨੀ ਮਿਲੇਗੀ। ਉਹਦੇ ਨਾਲ ਕੀ ਆ, ਮਸ਼ੀਨਾਂ ਜਿਹੜੀਆਂ ਆ ਉਹਨਾਂ ਦੀ ਯੂਟਿਲਾਈਜੇਸ਼ਨ ਵਧੀਆ ਹੋ ਜਾਏਗੀ। ਹਾਇਰ ਅਰਨਿੰਗਸ ਫਾਰ ਦੀ ਵਰਕਰਸ। ਓਬਵੀਅਸ ਹੈਗਾ ਇਨਸੈਂਟਿਵ ਮਿਲੇਗਾ ਤਾਂ ਉਹਨੂੰ ਜ਼ਿਆਦਾ ਪੈਸਾ ਵੀ ਮਿਲੇਗਾ। ਸੋ ਸਾਰੇ ਇਹ ਇਨਸੈਂਟਿਵਸ ਦੇ ਆਬਜੈਕਟਿਵਸ ਆ। ਤੁਸੀਂ ਦੇਖੋ ਜਿੰਨੇ ਵੀ ਅਸੀਂ ਆਬਜੈਕਟਿਵਸ ਡਿਸਕਸ ਕੀਤੇ ਨੇ ਇਨਸੈਂਟਿਵ ਦੇ, ਉਹ ਸਾਰੇ ਹੀ ਲੇਬਰ ਨੂੰ ਮੋਟੀਵੇਟ ਕਰਦੇ ਪਏ ਆ। ਸੋ ਮੋਟੀਵੇਸ਼ਨ ਇਜ਼ ਦੀ ਮੇਜਰ ਫੈਕਟਰ। ਅਸੀਂ ਇਨਸੈਂਟਿਵ ਦੇ ਕੇ
ਉਹਨੂੰ ਮੋਟੀਵੇਟ ਕਰਨਾ, ਓਬਲਾਈਜ਼ ਕਰਕੇ ਉਹਨੂੰ ਮੋਟੀਵੇਟ ਕਰਨਾ ਹੈ। ਹੁਣ ਇੱਕ ਇੰਪੋਰਟੈਂਟ ਨੋਟ ਹੈਗਾ ਆ, ਐਜ਼ ਪਰ ਦੀ ਰਿਸਰਚ ਆਫ ਦੀ ਨੈਸ਼ਨਲ ਪ੍ਰੋਡਕਟਿਵਿਟੀ ਕਾਉਂਸਿਲ, ਇੱਕ ਨੈਸ਼ਨਲ ਪ੍ਰੋਡਕਟਿਵਿਟੀ ਕਾਉਂਸਿਲ ਹੈਗੀ ਆ, ਉਹਨਾਂ ਨੇ ਕਿਹਾ ਆ production and productivity went up after the introduction of incentive schemes। ਉਹਨਾਂ ਨੇ ਇਹ ਫਾਈਂਡ ਆਊਟ ਕੀਤਾ, ਉਹਨਾਂ ਨੇ ਰਿਸਰਚ ਕੀਤੀ ਆ ਨੈਸ਼ਨਲ ਪ੍ਰੋਡਕਟਿਵਿਟੀ ਕਾਉਂਸਿਲਸ ਨੇ, ਕਿ ਜੇ ਅਸੀਂ ਇੰਡਸਟਰੀ ਦੇ ਵਿੱਚ ਇਨਸੈਂਟਿਵ ਸਕੀਮਸ ਨੂੰ ਲਾਂਚ ਕਰਦੇ ਹਾਂ ਤੇ ਉਹਦੇ ਨਾਲ ਜਿਹੜੀ ਆ ਪ੍ਰੋਡਕਸ਼ਨ ਐਂਡ ਪ੍ਰੋਡਕਟਿਵਿਟੀ ਦੋਨੋਂ ਅਪ ਜਾਂਦੀਆਂ ਨੇ। ਸੋ ਅਸੀਂ ਸਾਰਾ ਡਿਸਕਸ ਕਰ ਲਿਆ ਇਹਦੇ ਵਿੱਚ ਫੈਕਟਰਸ ਅਫੈਕਟਿੰਗ ਪ੍ਰੋਡਕਟਿਵਿਟੀ, ਉਹਦੇ ਵਿੱਚ ਕਿਹੜੇ ਕਿਹੜੇ ਫੈਕਟਰ ਸੀ ਸਾਰੇ ਨੂੰ ਪਤਾ ਲੱਗ ਗਿਆ ਹੈ। ਪਹਿਲੀ ਸ਼ੀਟ ਤੋਂ ਦੁਬਾਰਾ ਥੋੜਾ ਜਿਹਾ ਰੀਕਾਲ ਕਰਦੇ ਹਾਂ। ਸਕਿੱਲ ਅਸੀਂ ਡਿਸਕਸ ਕਰ ਲਿਆ ਸੀ, ਵਰਕਿੰਗ ਏਡਸ ਡਿਸਕਸ ਕਰ ਲਈਆਂ ਸੀ ਪਿਛਲੇ ਲੈਕਚਰ ਦੇ ਵਿੱਚ, ਇਨਵਾਇਰਨਮੈਂਟ ਵੀ ਪਿਛਲੇ ਲੈਕਚਰ 'ਚ ਕਰ ਲਿਆ ਸੀ, ਆਟੋਮੇਸ਼ਨ ਅਸੀਂ ਇਸ ਸਲਾਈਡ ਦੇ ਵਿੱਚ ਡਿਸਕਸ ਕਰ ਲਿਆ ਇਸ ਪ੍ਰੈਜੈਂਟੇਸ਼ਨ ਦੇ ਵਿੱਚ, ਔਰ ਮੋਟੀਵੇਸ਼ਨ ਵੀ ਕਰ ਲਿਆ। ਮੋਟੀਵੇਸ਼ਨ ਦੇ ਵਿੱਚ ਵੱਡਾ ਫੈਕਟਰ ਅਸੀਂ ਕੀਤਾ ਸੀਗਾ ਸਬ ਫੈਕਟਰ ਜਿਹੜਾ ਹੈਗਾ ਦੈਟ ਇਜ਼ ਇਨਸੈਂਟਿਵ, ਨੂੰ ਵੀ ਡਿਟੇਲ ਦੇ ਵਿੱਚ ਕਰ ਲਿਆ। ਸੋ ਇਹ ਅੱਜ ਦਾ ਮੇਰਾ ਟੌਪਿਕ ਹੈਗਾ। ਇਹਦੇ ਨਾਲ ਆਲਮੋਸਟ ਜਿਹੜਾ ਸਾਡਾ ਚੈਪਟਰ ਹੈਗਾ ਆ ਐਫੀਸ਼ੀਐਂਸੀ ਐਟ ਵਰਕ ਪਲੇਸ, ਉਹ ਖਤਮ ਹੋ ਜਾਂਦਾ ਹੈ। ਥੈਂਕ ਯੂ ਵੈਰੀ ਮਚ। ਅਗਲਾ ਲੈਸਨ ਮੈਂ ਜਲਦੀ ਹੀ ਲੈ ਕੇ ਤੁਹਾਡੇ ਕੋਲ ਆਵਾਂਗਾ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਥੈਂਕ ਯੂ ਵੈਰੀ ਮਚ।